ਤੁਹਾਡਾ ਆਪਣਾ ਦਿਮਾਗ ਚੱਲਣਾ ਚਾਹੀਦਾ ਕਿ ਹਾਂ ਤੁਹਾਨੂੰ ਕੀ ਲੱਗਦਾ ਤੁਸੀਂ ਜਦ ਘਰ ਬੈਠੇ ਰੋਟੀ ਤੋੜ ਰਹੇ ਹੋ ਕਿਹਦੇ ਹੱਥਾਂ ਦੀ ਤੋੜ ਰਹੇ ਹੋ, ਇਹਨਾਂ ਦੇ ਹੱਥਾਂ ਦੀ ਤਾਂ ਤੋੜ ਰਹੇ ਹੋ। ਸਰਕਾਰ ਸੋਚਦੀ ਹੈ ਇਨ ਫਿਊਚਰ ਲਈ ਇਹ ਵਧੀਆ ਹੋਏਗਾ, ਅਸੀਂ ਫਾਇਦੇ ਲਈ ਕਰ ਰਹੇ। ਜਦ ਸਾਡੇ ਕਿਸਾਨ ਭਾਈਆਂ ਨੂੰ ਲੱਗਦਾ ਹੀ ਨਹੀਂ ਫਾਇਦਾ, ਤੁਸੀਂ ਕਿਉਂ ਕਰ ਰਹੇ ਹੋ? ਤੁਸੀਂ ਇੱਕ ਵਾਰੀ ਕਰਕੇ ਬਿਹਾਰ 'ਚ ਦੇਖ ਲਿਆ ਸੀ ਉਹਨਾਂ ਦੀ ਕੀ ਹਾਲਤ ਹੋ ਰਹੀ ਹੈ। ਮੈਂ ਕਿਸੇ ਕਿਸਾਨ ਫੈਮਿਲੀ ਤੋਂ ਬਿਲੋਂਗ ਨਹੀਂ ਕਰਦੀ, ਬਟ ਯੈਸ ਇਹ ਲੋਕ ਸਾਡੀ ਜੜ ਹੈਗੇ, ਅਸੀਂ ਇਹਨਾਂ ਤੋਂ ਹੀ ਖਾਂਦੇ ਹਾਂ, ਇਹਨਾਂ ਤੋਂ ਹੀ ਪੀਂਦੇ ਹਾਂ। ਬਟ ਇਹ ਗਲਤ ਗੱਲ ਹੈ ਕਿ ਇਹਨਾਂ ਦੀ ਗੱਲ ਨਹੀਂ ਮੰਨੀ ਜਾ ਰਹੀ। ਅਤੇ ਯੰਗਸਟਰਸ ਜਿਹੜੇ ਵੀ ਹੈਗੇ ਉਹਨਾਂ ਨੂੰ ਮੈਂ ਬੇਨਤੀ ਕਰਦੀ ਹਾਂ ਕਿ ਤੁਸੀਂ ਕਨਸੈਪਟ ਸਮਝੋ, ਤੁਹਾਨੂੰ ਸਹੀ ਲੱਗਦਾ ਤੁਸੀਂ ਸਪੋਰਟ ਕਰੋ। ਇੰਨਾ ਵਧੀਆ ਪ੍ਰੋਟੈਸਟ ਅਸੀਂ ਕਿਤੇ ਨਹੀਂ ਦੇਖਿਆ, ਹਿਸਟਰੀ 'ਚ ਵਧੀਆ ਪ੍ਰੋਟੈਸਟ ਦੇਖਿਆ। ਬੱਚੇ ਤੋਂ ਬੱਚਾ, ਬੁੜੇ ਤੋਂ ਬੁੜਾ, ਸਾਰੇ ਹੀ ਸਮਝਦਾਰ, ਪੀਸਫੁਲ, ਸਾਇਲੈਂਟਲੀ ਪ੍ਰੋਟੈਸਟ ਕਰ ਰਹੇ ਨੇ ਅਤੇ ਲੋਕਾਂ ਦੀ ਸੇਵਾ ਵੀ ਕਰ ਰਹੇ ਨੇ। ਜਿਹੜੀਆਂ ਪਹਿਲੀਆਂ ਬੱਚੀਆਂ ਤੀਆਂ ਉਹ ਧਰਨੇ 'ਚ ਆਉਣ ਤੋਂ ਡਰਦੀਆਂ ਤੀਆਂ। ਹੁਣ ਇਹਨਾਂ ਦੇ ਮਤਲਬ ਇੰਨੇ ਦਿਨ ਖੁੱਲ੍ਹ ਗਏ ਵੀ ਸਾਡੇ ਮਾਪੇ ਨੇ, ਸਾਡੇ ਬਾਪ ਨੇ, ਭਰਾ ਨੇ, ਭੈਣਾਂ ਨੇ ਸਾਡੀਆਂ, ਵੀ ਸਾਨੂੰ ਪਰਿਵਾਰ ਦੀ ਤਰ੍ਹਾਂ ਮਤਲਬ ਰਹਿੰਦੇ ਆ ਜੀ ਉਰੇ। ਦਿੱਲੀ 'ਚ ਜਿਹੜਾ ਧਰਨਾ ਲੱਗਿਆ ਹੋਇਆ ਹੈ, ਜਿੱਥੇ ਪੰਜਾਬ ਤੋਂ ਲੋਕ ਆਏ ਆ, ਟਰਾਲੀਆਂ ਭਰ ਆਏ ਆ, ਹਰਿਆਣੇ ਵਾਲੇ ਟਰਾਲੀਆਂ ਭਰ ਆਏ ਆ, ਜਿਹੜੇ ਪੰਜਾਬ ਜਾਂ ਹਰਿਆਣਾ ਦੇ ਜੰਮੇ ਬਾਹਰ ਬੈਠੇ ਸਪੋਰਟ ਕਰ ਰਹੇ ਆ। ਉੱਥੇ ਦਿੱਲੀ ਜਿੱਥੇ ਧਰਨਾ ਜਿਹਦੇ ਬਾਰਡਰ ਤੇ ਲੱਗਿਆ ਹੋਇਆ, ਉੱਥੋਂ ਦੇ ਲੋਕ ਵੀ ਆ ਰਹੇ ਆ। ਸਾਡੇ ਨਾਲ ਬਾਬਾ ਜੀ ਵੀ ਨੇ ਜਿਹੜੇ ਨਾਭੇ ਤੋਂ ਆਏ ਆ, ਤੇ ਸਾਡੇ ਨਾਲ ਉਹ ਕੁੜੀਆਂ ਵੀ ਨੇ ਜਿਹੜੀਆਂ ਇੱਥੋਂ ਦੀਆਂ ਜੰਮਪਲ ਆ। ਸੋ ਸਾਰਿਆਂ ਦੇ ਨਾਲ ਗੱਲ ਕਰਾਂਗੇ, ਗੱਲਬਾਤ ਪੰਜਾਬੀ 'ਚ ਕਰਾਂਗੇ। ਨਹੀਂ ਸਾਨੂੰ ਕਈ ਵਾਰੀ ਲੱਗਦਾ ਹੁੰਦਾ, ਅਸੀਂ ਵੀ ਪਹਿਲਾਂ ਆਇਆ ਹਿੰਦੀ 'ਚ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਸੀ, ਪਰ ਇਹ ਕਹਿੰਦੇ ਨਹੀਂ ਭਾਈ ਪੰਜਾਬੀ 'ਚ ਕਰੋ। ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਬਲਜੋਤ ਕੌਰ। ਬਲਜੋਤ ਕੌਰ। ਬਲਜੋਤ, ਤੁਸੀਂ ਦਿੱਲੀ ਦੇ ਜੰਮਪਲ ਹੋ? ਹਾਂ, ਦਿੱਲੀ ਦੇ ਜੰਮਪਲ ਹਾਂ, ਇੱਥੋਂ ਹੀ ਜਨਮੀ, ਇੱਥੋਂ ਹੀ ਪਲੀ, ਸਭ ਕੁਛ ਦਿੱਲੀੋਂ। ਧਰਨੇ 'ਚ ਕਿਵੇਂ ਲੱਗ ਰਿਹਾ ਆ ਕੇ? ਬਹੁਤ ਵਧੀਆ, ਬਹੁਤ ਵਧੀਆ। ਮਤਲਬ ਦਿਲੋਂ ਮੈਨੂੰ ਸਕੂਨ ਫੀਲ ਹੋ ਰਿਹਾ ਕਿ ਇੰਨਾ ਵਧੀਆ ਪ੍ਰੋਟੈਸਟ ਅਸੀਂ ਕਿਤੇ ਨਹੀਂ ਦੇਖਿਆ, ਹਿਸਟਰੀ 'ਚ ਵਧੀਆ ਪ੍ਰੋਟੈਸਟ ਦੇਖਿਆ। ਬੱਚੇ ਤੋਂ ਬੱਚਾ, ਬੁੜੇ ਤੋਂ ਬੁੜਾ, ਸਾਰੇ ਹੀ ਸਮਝਦਾਰ, ਪੀਸਫੁਲ, ਸਾਇਲੈਂਟਲੀ ਪ੍ਰੋਟੈਸਟ ਕਰ ਰਹੇ ਨੇ ਅਤੇ ਲੋਕਾਂ ਦੀ ਸੇਵਾ ਵੀ ਕਰ ਰਹੇ ਨੇ। ਇਹ ਸਭ ਤੋਂ ਵੱਡੀ ਗੱਲ ਹੈ। ਦਿੱਲੀ 'ਚ ਜੇ ਤੁਹਾਡੀ ਉਮਰ ਥੋੜੀ ਜਿਹੀ ਜ਼ਿਆਦਾ ਹੋਵੇ ਤਾਂ ਇੱਕ ਪਹਿਲਾਂ ਅੰਨਾ ਅੰਦੋਲਨ ਵੀ ਹੋਇਆ ਸੀ, ਹੈ ਨਾ? ਉਹ ਵੀ ਗਈ ਸੀ। ਅੱਛਾ, ਇਹਦੇ 'ਚ ਆ ਕੇ ਕਿਉਂ ਫਰਕ ਲੱਗਿਆ? ਹਾਂ, ਉੱਥੇ ਨਾਅਰੇਬਾਜ਼ੀ, ਇਹ ਸਭ ਚੀਕਾ ਚਲਾਣਾ, ਇਹ ਤਾਂ ਹੈਗਾ ਇਹ ਚੀਜ਼। ਵੀ ਆਰ ਟਰਾਈਂਗ ਟੂ ਟੈਲ ਆਰ ਥਿੰਗਸ, ਬਟ ਅਸੀਂ ਨਾਲ ਸੇਵਾ ਕਰਕੇ, ਲੋਕਾਂ ਦੀ ਹੈਲਪ ਕਰਕੇ, ਆਪਣੀ ਹੈਲਪ ਕਰਕੇ ਅਸੀਂ ਆਪਣੇ ਆਪ ਨੂੰ ਬਸਾ ਰਹੇ ਹਾਂ ਤਾਂ ਕਿ ਸਾਡੀ ਗੱਲ ਮੰਨੀਏ ਤਾਂ ਅਸੀਂ ਫਿਰ ਆਪਣੇ ਘਰ ਜਾਈਏ। ਬਾਬਾ ਜੀ ਨੂੰ ਮਿਲੇ? ਹਾਂ, ਬਾਬਾ ਜੀ ਨੂੰ ਹੁਣੇ ਹੀ ਮਿਲੇ। ਮੈਂ ਪੁੱਛਿਆ ਕਿੱਥੋਂ ਹੈ, ਕਹਿੰਦੇ ਪਟਿਆਲੇ ਤੋਂ। ਬਾਬਾ, ਕੁੜੀ ਅੱਜ ਇੱਥੇ ਆਈ ਆ ਸਪੋਰਟ ਕਰਨ, ਕਿਵੇਂ ਲੱਗਿਆ? ਸਾਨੂੰ ਬਹੁਤ ਖੁਸ਼ੀ ਹੈ। ਦੇਖੋ ਸਾਡੀਆਂ ਬੱਚੀਆਂ, ਭੈਣਾਂ, ਮਾਵਾਂ ਸਾਰੀਆਂ ਐਜੀਟੇਸ਼ਨ ਦੇ ਵਿੱਚ ਆ ਕੇ ਉਹਨਾਂ ਨੇ ਹਿੱਸਾ ਲਿਆ। ਇਹ ਪਹਿਲੀ ਵਾਰ ਆ ਵੀ ਦੇਖੋ ਸਾਡੇ ਪੰਜਾਬ ਦੀਆਂ, ਹਰਿਆਣੇ ਤੋਂ, ਸਾਰੇ ਮਤਲਬ ਸਾਰੇ ਹਿੰਦੁਸਤਾਨ ਦੇ ਵਿੱਚੋਂ ਸਾਡੀਆਂ ਭੈਣਾਂ, ਮਾਤਾਵਾਂ ਤੇ ਬਜ਼ੁਰਗ ਸਾਰੇ ਇਹਦੇ ਵਿੱਚ ਆਏ ਨੇ। ਦੇਖੋ ਪਹਿਲਾਂ ਤਾਂ ਐਂ ਕਹਿੰਦੇ ਹੁੰਦੇ ਸੀ ਵੀ ਯੂਨੀਅਨਾਂ 'ਚ, ਧਰਨਿਆਂ 'ਚ ਬਜ਼ੁਰਗ ਜਾਂਦੇ ਆ, ਫਿਰ ਕਹਿਣ ਲੱਗੇ ਵੀ ਹੁਣ ਮੁੰਡੇ ਵੀ ਆ ਗਏ, ਹੁਣ ਕੁੜੀਆਂ ਵੀ ਆ ਗਈਆਂ, ਤੇ ਉਹ ਵੀ ਉੱਥੋਂ ਜਿੱਥੋਂ ਲੱਗਦਾ ਸੀ ਵੀ ਔਖਾ ਹੋਊਗਾ ਉਹਨਾਂ ਵਾਲੀ ਸਮਝਣਾ। ਮਤਲਬ ਦਿੱਲੀ, ਇੱਕ ਗੱਲ ਪਹਿਲਾਂ ਤੁਸੀਂ ਹਾਂਜੀ ਪੂਰੀ ਗੱਲ। ਜਿਹੜੀਆਂ ਪਹਿਲੀਆਂ ਬੱਚੀਆਂ ਤੀਆਂ ਉਹ ਧਰਨੇ 'ਚ ਆਉਣ ਤੋਂ ਡਰਦੀਆਂ ਤੀਆਂ। ਹੁਣ ਇਹਨਾਂ ਦੇ ਮਤਲਬ ਇੰਨੇ ਦਿਨ ਖੁੱਲ੍ਹ ਗਏ ਵੀ ਸਾਡੇ ਮਾਪੇ ਨੇ, ਸਾਡੇ ਬਾਪ ਨੇ, ਭਰਾ ਨੇ, ਭੈਣਾਂ ਨੇ ਸਾਡੀਆਂ, ਵੀ ਸਾਨੂੰ ਪਰਿਵਾਰ ਦੀ ਤਰ੍ਹਾਂ ਮਤਲਬ ਰਹਿੰਦੇ ਆ ਜੀ ਉਰੇ ਸਾਰੇ। ਪਰ ਇਹ 'ਚ ਸਭ ਤੋਂ ਵੱਡਾ ਰੋਲ ਬਾਬਾ ਜੀ ਤੁਹਾਡੇ ਵਰਗੇ ਉਹ ਸੂਝਵਾਨ ਲੋਕਾਂ ਦਾ, ਜਿਨ੍ਹਾਂ ਨੇ ਸਿਕਿਉਰਿਟੀ ਫੀਲ ਕਰਾਉਂਦੇ ਆ। ਜਿਹੜੀ ਗੱਲ ਮੈਂ ਇਹਨਾਂ ਨੂੰ ਪੁੱਛੀ ਸੀਗੀ ਪਹਿਲਾਂ, ਹੈ ਨਾ, ਕਿ ਹੁਣ ਤਾਂ ਉਹ ਕੁੜੀਆਂ ਵੀ ਸ਼ਾਮਲ ਹੋ ਗਈਆਂ, ਇਹਨੂੰ ਤੁਸੀਂ ਕਿਵੇਂ ਦੇਖਦੇ? ਹੁਣ ਤਾਂ ਮਤਲਬ ਯੰਗਸਟਰਸ ਨੂੰ ਵੀ ਪਤਾ ਹੈ ਕਿ ਕੀ ਹੋ ਰਿਹਾ ਹੈ। ਅਸੀਂ ਯੰਗ ਆ, ਅਸੀਂ 25-26 ਸਾਲਾਂ ਦੇ, ਇੱਥੇ ਆ ਕੇ ਸਾਡੇ ਬਜ਼ੁਰਗ ਸਾਡੇ ਤੋਂ ਡਬਲ ਟ੍ਰਿਪਲ ਉਮਰ ਦੇ ਬੈਠੇ ਨੇ, ਸੰਘਰਸ਼ 'ਚ ਬੈਠੇ ਹੋਏ ਨੇ। ਇਹਨਾਂ ਨੂੰ ਤਾਂ ਮਤਲਬ ਸਾਨੂੰ ਤਾਂ ਸਾਰੀ ਸਹੂਲਤਾਂ ਮਿਲਿਆ, ਅਸੀਂ ਇਹਨਾਂ ਨੂੰ ਦੇਖ ਕੇ ਸਿੱਖ ਰਹੇ ਹਾਂ ਕਿ ਅਸੀਂ ਇੰਨੀ ਡਿਫਿਕਲਟ ਸਿਚੁਏਸ਼ਨ 'ਚ ਵੀ ਸਰਵਾਈਵ ਕਰਨਾ ਹੈ, ਕਿਉਂਕਿ ਇਹ ਸਾਡਾ ਰਾਈਟ ਹੈ, ਇਹ ਸਾਡੇ ਲਈ ਲੈਸਨ ਹੈ। ਪਰ ਦਿੱਲੀ 'ਚ ਬੈਠ ਕੇ ਜਿਹੜੇ ਲੋਕਾਂ ਨੂੰ ਤੁਸੀਂ ਪੜ੍ਹਦੇ ਹੋਵੋਗੇ, ਬਹਿੰਦੇ ਹੋਵੋਗੇ, ਉਹ ਸਮਝਦੇ ਆ ਫਾਰਮਰਸ ਦੀ ਸਿਚੁਏਸ਼ਨ ਕੀ ਹੈਗੀ ਇਸ ਸਮੇਂ? ਕਿ ਕਿਉਂਕਿ ਬਹੁਤ ਲੋਕ, ਗੱਲ ਮੈਂ ਪੂਰੀ ਕਰ ਲਾਂ, ਕਿਉਂਕਿ ਬਹੁਤ ਲੋਕਾਂ ਨੂੰ ਤਾਂ ਐਂ ਲੱਗਦਾ ਕਿ ਬਸ ਇੱਕ ਇੱਦਾਂ ਜਿਹਾ ਹੋਊਗਾ, ਫਟੇ ਕੱਪੜਿਆਂ ਵਾਲਾ ਹੋਊਗਾ। ਇਹ ਵੀ ਲੋਚਨਾ ਹੋ ਰਹੀ ਹੈ ਕਿ ਉਹਨਾਂ ਦੇ ਬੱਚੇ ਬੁਲਟ 'ਤੇ ਆ ਗਏ, ਕਿਉਂਕਿ ਹਰ ਪੱਖ ਆ, ਅਮੀਰ ਵੀ ਹੈ, ਗਰੀਬ ਵੀ ਹੈ, ਕਿਸਾਨ ਹੈ। ਮੇਰੇ ਹਿਸਾਬ ਨਾਲ ਉਹਨਾਂ ਦੀ ਸੋਚ, ਸਭ ਦੀ ਸੋਚ ਆਪਣੀ ਆਪਣੀ ਹੈ। ਮੈਂ ਵੀ ਆਪਣਾ ਕਨਸੈਪਟ ਕਲੀਅਰ ਕਰਕੇ ਆਈ ਕਿ ਕੀ ਹੈਗਾ, ਅਸੀਂ ਕਿਸ ਚੀਜ਼ ਲਈ ਲੜ ਰਹੇ ਹਾਂ।
ਕਨਸੈਪਟ ਜਦ ਕਲੀਅਰ ਹੋਇਆ ਤਾਂ ਪਤਾ ਚੱਲਿਆ ਨਹੀਂ ਇਹ ਲੋਕ ਸਹੀ ਨੇ। ਮਤਲਬ ਮੈਂ ਕਦੇ ਗਲਤ ਮੰਨਿਆ ਹੀ ਨਹੀਂ ਸੀ, ਮੈਂ ਕਿਸੇ ਕਿਸਾਨ ਫੈਮਿਲੀ ਤੋਂ ਬਿਲੋਂਗ ਨਹੀਂ ਕਰਦੀ, ਬਟ ਯੈਸ ਇਹ ਲੋਕ ਸਾਡੀ ਜੜ ਹੈਗੇ, ਅਸੀਂ ਇਹਨਾਂ ਤੋਂ ਹੀ ਖਾਂਦੇ ਆ, ਇਹਨਾਂ ਤੋਂ ਹੀ ਪੀਂਦੇ ਆ। ਬਟ ਇਹ ਗਲਤ ਗੱਲ ਹੈ ਕਿ ਇਹਨਾਂ ਦੀ ਗੱਲ ਨਹੀਂ ਮੰਨੀ ਜਾ ਰਹੀ। ਤੇ ਯੰਗਸਟਰਸ ਜਿਹੜੇ ਵੀ ਹੈਗੇ ਉਹਨਾਂ ਨੂੰ ਮੈਂ ਬੇਨਤੀ ਕਰਦੀ ਹਾਂ ਕਿ ਤੁਸੀਂ ਕਨਸੈਪਟ ਸਮਝੋ, ਤੁਹਾਨੂੰ ਸਹੀ ਲੱਗਦਾ ਹੈ ਤੁਸੀਂ ਸਪੋਰਟ ਕਰੋ ਐਂਡ ਕੋਈ ਨੈਗੇਟਿਵਿਟੀ ਨਾ ਫੈਲਾਓ ਜਿੱਦਾਂ ਬਾਕੀ ਮੀਡੀਆ ਵੀ ਫੈਲਾਉਂਦੀ ਹੈ, ਸਾਰੇ ਫੈਲਾਉਂਦੇ, ਕੋਈ ਨਹੀਂ ਕਰਨੀ ਚਾਹੀਦੀ। ਉਹਦਾ 9 ਵਜੇ ਵਾਲੀ ਜ਼ਹਿਰ ਤੋਂ ਕਿਵੇਂ ਬਚੋਗੇ ਜਿਹੜੀ ਹਰ ਰੋਜ਼ ਆਉਂਦੀ ਆ? ਉਹ ਤਾਂ ਤੁਸੀਂ ਆਪੇ ਇਗਨੋਰ ਕਰਨਾ, ਉਹ ਤਾਂ ਸਭ ਦੇ ਬਾਰੇ ਕੁਛ ਨਾ ਕੁਛ ਬੋਲੀ ਜਾਂਦੀ ਹੈ ਤਾਂ ਤੁਸੀਂ ਆਪੇ ਇਗਨੋਰ ਕਰੋ। ਤਾਂ ਜਿੱਥੇ ਤੁਹਾਨੂੰ ਸਹੀ ਲੱਗੇ, ਤੁਹਾਡਾ ਆਪਣਾ ਦਿਮਾਗ ਚੱਲਣਾ ਚਾਹੀਦਾ ਕਿ ਹਾਂ ਤੁਹਾਨੂੰ ਕੀ ਲੱਗਦਾ। ਤੁਸੀਂ ਜਦ ਘਰ ਬੈਠੇ ਰੋਟੀ ਤੋੜ ਰਹੇ ਹੋ, ਕਿਹਦੇ ਹੱਥਾਂ ਦੀ ਤੋੜ ਰਹੇ ਹੋ, ਇਹਨਾਂ ਦੇ ਹੱਥਾਂ ਦੀ ਤਾਂ ਤੋੜ ਰਹੇ ਹੋ, ਤਾਂ ਤੁਸੀਂ ਉਹ ਸੋਚੋ ਤਾਂ ਫਿਰ ਅੱਗੇ ਵਧੋ। ਮੰਤਰੀ ਜੀ ਕਹਿੰਦੇ ਕਿ ਭੋਲੇ ਆ ਕਿਸਾਨ, ਉਹਨਾਂ ਨੂੰ ਪਤਾ ਨਹੀਂ ਬਿੱਲ ਬਹੁਤ ਅੱਛਾ ਪਰ ਉਹਨਾਂ ਨੂੰ ਸਮਝ ਨਹੀਂ ਆ ਰਿਹਾ। ਕਿਵੇਂ ਲੱਗੇ ਬਾਬੇ ਵਰਗੇ ਭੋਲੇ ਆ, ਸਿਆਣੇ ਆ, ਕੀ ਕੁਛ ਆ? ਤਾਂ ਮੰਤਰੀ ਜੀ ਵੀ ਤਾਂ ਭੋਲਿਆ, ਉਹ ਵੀ ਤਾਂ ਨਹੀਂ ਸਮਝ ਪਾ ਰਹੇ ਅਸੀਂ ਕਿਉਂ ਖੜੇ ਆ ਇੰਨੇ ਦਿਨਾਂ ਦੇ। ਜਦ ਉਹ ਸਮਝਣਗੇ ਉਹ ਵੀ ਮੰਨਣਗੇ ਉਹਨਾਂ ਨੂੰ। ਹਾਂ, ਭੋਲੇ ਭਾਲੇ ਜੱਟਾਂ ਦੇ ਕਿਸਾਨ ਲੀਡਰਾਂ ਨੇ ਉਹਨਾਂ ਦੇ ਮੰਤਰੀਆਂ ਨੂੰ, ਉਹਨਾਂ ਦੇ ਆਈਏਐਸ ਅਫਸਰਾਂ ਨੂੰ ਸਾਰਿਆਂ ਨੂੰ ਲਾਜਵਾਬ ਕਰਤਾ। ਜਿਹੜੇ ਏਸੀ ਬੈਠ ਕੇ ਕਮਰਿਆਂ 'ਚ ਬੈਠ ਕੇ ਸੋਚਦੇ ਨੇ ਕਿਸਾਨਾਂ ਬਾਰੇ, ਅਸੀਂ ਮਤਲਬ ਆਮ ਵੱਟਾਂ ਤੇ ਖੇਤਾਂ 'ਚ ਰਹਿਣ ਵਾਲੇ, ਉਹਨਾਂ ਨੂੰ ਮਤਲਬ ਸਾਡੇ ਲੀਡਰਾਂ ਨੇ ਬਿਲਕੁਲ ਲਾਜਵਾਬ ਕਰਤਾ, ਕੋਈ ਜਵਾਬ ਨਹੀਂ ਆਇਆ ਉਹਨਾਂ ਨੂੰ। ਲੀਡਰਾਂ ਬਾਰੇ ਵੀ ਬਾਬਾ ਜੀ ਇਹ ਗੱਲ ਫੈਲਾਈ ਗਈ ਸੀ। ਮੈਂ ਕੁਛ ਕੁ ਨੂੰ ਜਿਨ੍ਹਾਂ ਨੂੰ ਮੈਂ ਜਾਣਦਾ, ਇੱਕ ਉਹਨਾਂ 'ਚ ਦਵਿੰਦਰਪਾਲ ਨੇ ਜਿਹੜੇ ਬਕਾਇਦਾ ਡਾਕਟਰ ਨੇ, ਦੂਸਰੇ ਅਰਜਿੰਦਰ ਸਿੰਘ ਨੇ ਜਿਹੜੇ LLB ਨੇ। ਸੋ ਉਹ ਜਿਨ੍ਹਾਂ ਦੀ ਕੁਆਲੀਫਿਕੇਸ਼ਨ ਆ ਉਹਦਾ ਠੀਕ ਹੈ ਕਿ ਨੈਰੇਟਿਵ ਖੜਾ ਕਰਤਾ ਕਿ ਉਹਦਾ ਅਨਪੜ੍ਹ ਆ ਗਏ, ਉਹਨਾਂ ਸਾਰੇ ਪੜ੍ਹੇ ਲਿਖੇ ਨੇ। ਤਾਂ ਮਤਲਬ ਅਸੀਂ ਇੰਗਲਿਸ਼ 'ਚ ਵੀ ਗੱਲ ਕਰ ਸਕਦੇ ਹਾਂ, ਹਿੰਦੀ 'ਚ ਵੀ ਕਰ ਸਕਦੇ ਹਾਂ, ਤੇ ਜੇ ਕੋਈ ਲੋੜ ਪਈ ਫ੍ਰੈਂਚ ਵੀ ਸਿੱਖ ਨਹੀਂ, ਉਹ ਤਾਂ ਉਹਨਾਂ ਦਾ ਪ੍ਰੋਸਪੈਕਟਿਵ ਹੈ, ਉਹਨਾਂ ਦੀ ਸੋਚ ਹੈ ਕਿ ਉਹ ਸਾਹਮਣੇ ਕੀ ਸੋਚ ਹੈ। ਉਹਨਾਂ ਨੂੰ ਸਾਡੀ ਪਾਵਰ ਕਿੰਨਾ ਪਤਾ ਕਿ ਅਸੀਂ ਇੱਥੇ ਬੈਠੇ ਬੈਠੇ ਵੀ ਕਿੰਨੀ ਪਾਵਰ ਦੇ ਰਹੇ ਹਾਂ ਉਹਨਾਂ ਨੂੰ। ਤਾਂ ਉਹਨਾਂ ਦੀ ਸੋਚ ਨੂੰ ਸੋਚਣ ਦਿਓ, ਅਸੀਂ ਸਹੀ ਲਈ ਬੈਠੇ ਹਾਂ ਤਾਂ ਅਸੀਂ ਬੈਠੇ ਰਹਿਣਗੇ। ਕਿਉਂ ਮੈਂ ਇੱਕ ਸਵਾਲ, ਤੁਹਾਨੂੰ ਕਿਉਂ ਲੱਗਦਾ ਕਿ ਸਰਕਾਰ ਕਿਉਂ ਨਹੀਂ ਮੰਨ ਰਹੀ? ਇਹੋ ਜੀ ਕਿਹੜੀ ਗੱਲ ਆ? ਕੀ ਉਹਨਾਂ ਨੂੰ ਲੱਗਦਾ ਕਿ ਲੋਕਾਂ ਨੂੰ ਫੇਰ ਵੋਟਾਂ ਵੇਲੇ ਉਮੀ ਧਰਮ ਦੇ ਵਿੱਚ, ਕਾਸਟ ਦੇ ਵਿੱਚ ਉਦਾਂ ਡਿਵਾਈਡ ਕਰਕੇ ਹੋ ਜਾਏਗਾ ਸਾਰਾ ਕੁਝ ਮੈਨੇਜ? ਸਾਰੀਆਂ ਪੋਲੀਟੀਕਲ ਪਾਰਟੀਆਂ ਦੀ ਗੱਲ ਕਰ ਰਿਹਾ ਮੈਂ, ਇੱਕ ਦੀ ਨਹੀਂ। ਬਟ ਸਰ ਮੈਨੂੰ ਲੱਗਦਾ ਸਰਕਾਰ ਸੋਚਦੀ ਹੈ ਇਨ ਫਿਊਚਰ ਲਈ ਇਹ ਵਧੀਆ ਹੋਏਗਾ, ਅਸੀਂ ਫਾਇਦੇ ਲਈ ਕਰ ਰਹੇ ਹਾਂ। ਜਦ ਸਾਡੇ ਕਿਸਾਨ ਭਾਈਆਂ ਨੂੰ ਲੱਗਦਾ ਹੀ ਨਹੀਂ ਫਾਇਦਾ, ਤੁਸੀਂ ਕਿਉਂ ਕਰ ਰਹੇ ਹੋ? ਤੁਸੀਂ ਇੱਕ ਵਾਰੀ ਕਰਕੇ ਬਿਹਾਰ 'ਚ ਦੇਖ ਲਿਆ ਸੀ ਉਹਨਾਂ ਦੀ ਕੀ ਹਾਲਤ ਹੋ ਰਹੀ ਹੈ। ਇਸ ਕਰਕੇ ਤਾਂ ਉਹਨਾਂ ਨੇ ਦੇਖਿਆ, ਉਹ ਐਗਜ਼ਾਮਪਲ ਤਾਂ ਉਹ ਖੜੇ ਨੇ ਕਿ ਨਹੀਂ ਅਸੀਂ ਨਹੀਂ ਉੱਦਾਂ ਕਰ ਸਕਦੇ, ਅਸੀਂ ਖੜੇ ਰਹਿਣਗੇ ਕਿਉਂਕਿ ਬਿਕੋਜ਼ ਸਾਨੂੰ ਉਹ ਫਾਇਦਾ ਨਹੀਂ ਚਾਹੀਦਾ ਜੋ ਤੁਸੀਂ ਸੋਚਦੇ ਹੋ। ਤਾਂ ਇਸ ਕਰਕੇ ਵਧੀਆ ਹੈ, ਤੁਸੀਂ ਆਪਣਾ ਮੰਨਦੇ ਰਹੋ, ਅਸੀਂ ਆਪਣਾ ਮੰਗ ਕੇ ਆਪਣੀ ਲੜਾਈ ਲੜ ਕੇ ਜਿੱਤ ਕੇ ਜਾਵਾਂਗੇ, ਉਹ ਵੀ ਪੀਸਫੁਲੀ। ਇੱਧਰਲੇ ਬਾਬਾ ਜੀ ਗੁੱਸਾ ਨਾ ਮੰਨ ਜਾਣ, ਮੈਨੂੰ ਬਾਬਾ ਜੀ ਨਾਂ ਦੱਸ ਦਿਓ। ਸਾਡੇ ਬਜ਼ੁਰਗ ਜੁੱਤੀ ਲਾਉਂਦੇ ਮਿੰਟ ਲਾਉਂਦੇ ਆ। ਮੇਰਾ ਨਾਮ ਸੁਰਜੀਤ ਸਿੰਘ ਕਾਲੀ ਰਾਏ, ਨਾਭਾ ਡਿਸਟ੍ਰਿਕਟ ਪਟਿਆਲਾ। ਤੇ ਜੋ ਇਹ ਧਰਨੇ ਦੇ ਵਿੱਚ ਆਏ ਆ, ਅਸੀਂ ਜਿੱਤ ਤਾਂ ਪ੍ਰਾਪਤ ਕਰਕੇ ਹੀ ਜਾਣੀ ਹੈ। ਪਰ ਜਿਹੜੀ ਇਹਦੇ ਨਾਲ ਇੱਕ ਮੈਂ ਆਪ ਜੀ ਨਾਲ ਨਵੀਂ ਗੱਲ ਇੱਕ ਸ਼ੇਅਰ ਕਰ ਲਵਾਂ, ਗੱਲ ਤਾਂ ਹੋਇਆ ਹਿਸਟੋਰੀਕਲ ਗੱਲ, ਕੋਈ ਗੱਲ ਨਹੀਂ ਕਰੋ, ਕਿ ਮੋਦੀ ਐਂਡ ਕੰਪਨੀ ਨੇ ਜਿਹੜਾ ਇਹ ਭਾਜੀ ਪਾ ਲਈ, ਉਹ ਕੱਲੇ ਪੰਜਾਬ ਦੇ ਹਰਿਆਣਾ ਦੇ ਕਿਸਾਨ ਨਾਲ ਨਹੀਂ, ਆਲ ਇੰਡੀਆ ਦੇ ਕਿਸਾਨ ਮਜ਼ਦੂਰ ਨਾਲ ਉਹਨੇ ਨਵੀਂ ਭਾਜੀ ਪਾਈ ਹੈ। ਹੋਵੇ ਨਾ ਤਾਂ ਕਿਤੇ ਇਹ 1917 ਦੇ ਰਸ਼ੀਆ ਦੇ ਇਨਕਲਾਬ ਦਾ ਮੁੱਢ ਹਿੰਦੁਸਤਾਨ 'ਚ ਵੱਜਣ ਵਾਸਤੇ ਉਹਦਾ ਆਧਾਰ ਬਣੇ। ਇਹ ਹਾਲੇ ਤੱਕ ਕਿਸੇ ਵੀ ਸਾਡੇ ਪ੍ਰਚਾਰਕ ਨੇ ਗੱਲ ਕਹੀ ਨਹੀਂ, ਪਰ ਗੱਲ ਅਸਲੀਅਤ ਹੈ ਇਹ ਕਿ ਇੱਕੋ ਵਾਰੀ ਪੰਜਾਬ ਦਾ ਸਿਰਫ ਕਿਸਾਨ ਉੱਠਿਆ, ਫਿਰ ਹਰਿਆਣਾ ਦਾ, ਯੂਪੀ ਦਾ, ਰਾਜਸਥਾਨ ਦਾ, ਹੁਣ ਮੱਧ ਪ੍ਰਦੇਸ਼ ਦਾ। ਹੋਵੇ ਨਾ ਤਾਂ ਹਿੰਦੁਸਤਾਨ ਦੇ ਵਿੱਚ ਲਹਿਰ ਬਣ ਕੇ ਕਿਤੇ ਨਵੇਂ ਕਿਸੇ ਸਮਾਜਵਾਦ ਦੀ, ਇਨਕਲਾਬ ਦੀ ਕੋਈ ਨਵਾਂ ਰੂਪ ਰੇਖਾ ਬਣ ਰਹੀ, ਕੋਈ ਲੀਡਰਸ਼ਿਪ ਨਵੀਂ ਨਿਕਲੇ, ਕੋਈ ਗੱਲ ਜਿਹੜੀ ਰਸ਼ੀਆ ਦੇ ਵਿੱਚ 1917 ਚ ਲੈਨਨ ਦੀ ਅਗਵਾਈ 'ਚ ਇਹੀ ਨਿਕਲੀ ਸੀ। ਜਦੋਂ ਗਰੀਬ ਅੱਤ ਦੇ ਤੰਗ ਹੋ ਗਏ ਤਾਂ ਸਾਰਾ ਕੁਛ ਇਹੀ ਸੀਗਾ। 1785-99 ਦੇ ਵਿੱਚ ਜਿਹੜੀ ਫ੍ਰੈਂਚ ਦੀ ਉਹ ਸੀਗੀ ਇਨਕਲਾਬ ਆਇਆ ਸੀਗਾ, ਜਦੋਂ ਲੂਈ ਪਾਸਚਰ ਦੀ ਵਾਈਫ ਨੂੰ ਉਹ ਕਹਿਣ ਲੱਗੇ ਵੀ ਅਸੀਂ ਭੁੱਖੇ ਮਰਦੇ ਹਾਂ, ਰੋਟੀ ਨਹੀਂ ਮਿਲਦੀ, ਤਾਂ ਉਹਨੇ ਉਹ ਜਵਾਬ ਦਿੱਤਾ ਸੀ, ਕਹਿੰਦੀ ਰੋਟੀ ਨਹੀਂ ਮਿਲਦੀ, ਡਬਲ ਰੋਟੀ ਖਾਣ। ਤਾਂ ਉਹ ਤੋਂ ਬਾਅਦ ਇਹਦਾ ਕੀ ਇਲਾਜ ਹੋਇਆ ਸੀ, ਇਹ ਮੈਂ ਇੱਕ ਇਤਿਹਾਸਿਕ ਗੱਲ ਆਪ ਜੀ ਨਾਲ ਸਾਂਝੀ ਕਰਨਾ। ਸਾਡੇ ਮਨਾਂ 'ਚ ਇੰਨਾ ਦੁੱਖ ਹੈ, ਇੰਨਾ ਦਰਦ ਹੈ। ਤਾਂ ਉਹ ਤੋਂ ਬਾਅਦ ਇਹ ਕਹੀ ਸੀ ਉੱਥੇ ਦੇ ਲੋਕਾਂ ਨੇ, ਜਦੋਂ ਉਹਨੂੰ ਪਕੜ ਲਿਆ ਲੂਈ ਪਾਸਚਰ ਨੂੰ, ਕਹਿੰਦੇ ਵੀ ਇਹਨੂੰ ਸਜ਼ਾ ਕੀ ਦੇਣੀ ਹੈ। ਤਾਂ ਕੋਈ ਕਹਿੰਦਾ ਗੋਲੀ ਮਾਰ ਕੇ ਮਾਰ ਦਿਓ, ਕੋਈ ਕਹਿੰਦਾ ਲੱਤਾਂ ਬਾਹਾਂ ਵੱਢ ਦਿਓ, ਕੋਈ ਕਹਿੰਦਾ ਇਹ ਵੱਢ ਦਿਓ।
ਤਾਂ ਅਖੀਰ ਨੂੰ ਇੱਕ ਬੰਦਾ ਕਹਿੰਦਾ ਵੀ ਇਹ ਤਾਂ ਜਦੇ ਨਾਲ ਦੀ ਨਾਲ ਇਹਦੀ ਮੌਤ ਹੋ ਜਾਊਗੀ। ਕਹਿੰਦਾ ਮੈਂ ਇੱਕ ਇਹੀ ਜੀ ਮਸ਼ੀਨ ਬਣਾਈ ਹੈ ਜਿਹੜੀ ਇਹਨੂੰ ਐ ਪ੍ਰੈਸ ਕਰਦੀ ਜਾਊ, ਹੌਲੀ ਹੌਲੀ 15-20 ਦਿਨ 'ਚ ਇਹਦੀ ਜਾਨ ਕੱਢੂ। ਸਾਡੇ ਦਿਲਾਂ 'ਚ ਅੱਜ ਮੈਂ ਡਾਇਰੈਕਟ ਨਾ ਕਹਾਂ, ਮਤਲਬ ਜੋ ਜਿਨ੍ਹਾਂ ਨਾਲ ਸਾਡੀ ਜੰਗ ਚੱਲ ਰਹੀ ਹੈ, ਸਾਡੇ ਦਿਲਾਂ 'ਚ ਅੱਜ ਉਹ ਭਾਵਨਾ ਹੋਈ ਬੈਠੀ ਆ ਇਹ। ਸੋ ਇਹ ਮਤਲਬ ਜਿਹੜੀ ਇਹਨਾਂ ਨੇ ਗੱਲ ਕਹੀ ਆ ਨਾ, ਮੈਂ ਗੱਲ ਕੱਟ ਨਹੀਂ ਰਿਹਾ, ਮੈਂ ਥੋੜਾ ਇੱਕ ਕਿਉਂਕਿ ਕੁੜੀ ਆਈ ਆ ਭਾਈ ਤੁਹਾਨੂੰ ਮਿਲਣ। ਹਾਂ ਸਾਡੇ ਬਿਲਕੁਲ ਹਿਸਟਰੀ ਦੇਖੋ ਹਨਾ, ਉਹ ਹਿਸਟਰੀ ਵੀ ਜਾਣਦੇ ਆ ਜਿਨ੍ਹਾਂ ਨੂੰ ਇਹ ਕਹਿੰਦੇ ਆ ਕਿ ਇਹ ਤਾਂ ਬਈ ਜਾਣਦੀ ਕੁਛ ਨਹੀਂ। ਉਹਨਾਂ ਨੂੰ ਕੀ ਪਤਾ ਕਿ ਕੀ ਜਾਣਦੇ ਨੇ, ਉਹ ਤਾਂ ਸਭ ਕੁਝ ਸਿਖਾਉਂਦੇ ਨੇ। ਇਟ ਜਸਟ ਤੁਹਾਡੀ ਐਜੂਕੇਸ਼ਨ ਡਿਗਰੀਆਂ ਤੋਂ ਨਹੀਂ ਹੁੰਦੀ, ਐਕਸਪੀਰੀਅੰਸ ਤੋਂ ਵੀ ਤੁਸੀਂ ਗੇਨ ਕਰਦੇ ਹੋ। ਇਹ ਲੋਕ ਐਕਸਪੀਰੀਅੰਸ ਨੇ, ਇਹਨਾਂ ਨੂੰ ਤਜਰਬਾ ਹੈ, ਸ਼ੁਰੂ ਤੋਂ ਸਿੱਖਦੇ ਆਏ, ਸਰਵਾਈਵ ਕਰਦੇ ਆਏ ਮੁਸ਼ਕਿਲ ਤੋਂ ਮੁਸ਼ਕਿਲ ਤੇ ਚੰਗੀਆਂ ਕੰਡੀਸ਼ਨਾਂ 'ਚ। ਤਾਂ ਉਹਨਾਂ ਨੂੰ ਕੀ ਪਤਾ ਕਿ ਇਹ ਅਨਪੜ੍ਹ ਨਹੀਂ ਹੈ, ਬਹੁਤ ਸਮਝਦਾਰ ਨੇ, ਇਸ ਕਰਕੇ ਬੈਠੇ ਹਾਂ ਅਸੀਂ। ਬਾਬਾ ਕਿਸੇ ਲੀਡਰ ਤੋਂ ਪੁੱਛ ਕੇ ਵੀ ਸਰੋਂ ਕਿੰਨੀ ਪੈਂਦੀ ਹੈ ਕਿੱਲੇ ਦੀ? ਸਰ ਉਹਨਾਂ ਨੂੰ ਕੀ ਪਤਾ ਜੀ, ਉਹ ਤਾਂ ਕਹਿੰਦੇ ਤੜਕੇ ਪਾ ਦੀਏ ਘੱਟ ਪੈ ਜੂਗੀ, ਉਹਦੇ ਸਾਬਤੀ ਪਾ ਦੀਏ ਵੱਧ ਪੈ ਜੂਗੀ ਬੜੀ ਮੋਟੀ, ਉਹਨਾਂ ਨੂੰ ਕੀ ਪਤਾ। ਸੋ ਇਹ ਫਿਲਹਾਲ ਮੈਨੂੰ ਪ੍ਰੋਗਰਾਮ ਇੱਥੇ ਐਂਡ ਕਰਨਾ ਪੈਣਾ। ਬਾਈ ਇੱਕ ਕਹਿ ਰਹੇ ਆ ਵੀ ਹਾਂ ਸਰੋਂ ਲੱਗਦੀ ਕਿੱਥੇ, ਜ਼ਮੀਨ ਦੇ ਹੇਠਾਂ ਲੱਗਦੀ ਹੈ ਕਿ ਉੱਪਰ ਲੱਗਦੀ ਹੈ, ਉਹਦਾ ਇਹਨਾਂ ਨੂੰ ਨਹੀਂ ਪਤਾ ਹੈ ਜੀ। ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਸਮਾਂ ਇੰਨਾ ਹੀ ਸੀਗਾ। ਬਾਈ ਤਾਂ ਇੱਕ ਮੈਨੂੰ ਹੋਰ ਵੀ ਕਹੀ ਜਾਂਦਾ ਗੱਲ ਕਰਨੀ ਆ, ਪਰ ਮੇਰੇ ਕੋਲ ਸਮਾਂ ਥੋੜਾ। ਧੰਨਵਾਦ ਜੀ।